ਹੈਲੋ ਐਵਰੀਵਨ, ਲੈਟਸ ਟਾਕ ਅਬਾਊਟ ਕਿ ਆਪਾਂ ਇੰਗਲਿਸ਼ ਦੇ ਵਿੱਚ ਫਲੂਐਂਸੀ ਨੂੰ ਕਿਵੇਂ ਅਚੀਵ ਕਰ ਸਕਦੇ ਹਾਂ। ਫਲੂਐਂਸੀ ਹੋਣ ਦਾ ਮਤਲਬ ਇੰਗਲਿਸ਼ ਦੇ ਵਿੱਚ ਇਹ ਹੁੰਦਾ ਕਿ ਆਪਾਂ ਇੱਕ ਜੋ ਸੈਂਟੈਂਸ ਫੋਰਮ ਕਰ ਰਹੇ ਹਾਂ, ਜੋ ਸੈਂਟੈਂਸ ਬੋਲ ਰਹੇ ਹਾਂ, ਉਸਨੂੰ ਆਪਾਂ ਇੱਕ ਫਲੋ ਦੇ ਵਿੱਚ ਬੋਲੀਏ ਜਿਸ ਦੇ ਵਿੱਚ ਕੋਈ ਐਰਰ ਨਾ ਹੋਵੇ ਅਤੇ ਨਾ ਹੀ ਕੋਈ ਵਿੱਚ ਇੱਦਾਂ ਲੱਗੇ ਕਿ ਬੰਦਾ ਰੁਕ ਰੁਕ ਕੇ ਬੋਲਦਾ। ਫਲੂਐਂਸੀ ਅਚੀਵ ਕਿੱਦਾਂ ਕੀਤੀ ਜਾ ਸਕਦੀ ਹੈ? ਤਾਂ ਪਹਿਲਾਂ ਕੁਐਸਚਨ ਇਹ ਹੁੰਦਾ ਹੈਗਾ ਕਿ ਫਲੂਐਂਸੀ ਹੁੰਦੀ ਕਿਉਂ ਨਹੀਂ। ਆਪਾਂ ਮੋਸਟਲੀ ਜਿਹੜੇ ਇੰਡੀਅਨਸ ਆ ਜਾਂ ਮੋਸਟਲੀ ਆਪਾਂ ਪੰਜਾਬੀ ਹਾਂ ਜਿਹੜੇ ਪੰਜਾਬ ਬੋਰਡ ਤੋਂ ਪੜ੍ਹੇ ਹਾਂ, ਉਹ ਫਲੂਐਂਸੀ ਇੰਪਰੂਵ ਕਿਉਂ ਨਹੀਂ ਕਰ ਪਾਉਂਦੇ? ਰੀਜ਼ਨ ਕੀ ਹੈ? ਗੱਲ ਕਰਦੇ ਹਾਂ ਰੀਜ਼ਨ ਦੀ। ਫਸਟ ਤਾਂ ਰੀਜ਼ਨ ਇਹ ਹੈ ਕਿ ਜਿਹੜੀ ਇੰਗਲਿਸ਼ ਹੈ ਆਪਣੀ ਫਸਟ ਲੈਂਗੁਏਜ ਤਾਂ ਨਹੀਂ ਹੈ ਹੀ ਨਹੀਂ ਗੀ। ਆਪਣੀ ਫਸਟ ਲੈਂਗੁਏਜ ਪੰਜਾਬੀ ਹੈ। ਤਾਂ ਜਦੋਂ ਆਪਾਂ ਇੰਗਲਿਸ਼ ਸਿੱਖਦੇ ਹਾਂ ਤਾਂ ਆਪਣਾ ਸਟਾਰਟਿੰਗ ਤੋਂ ਹੀ ਇੱਕ ਵੇ ਕੀ ਹੁੰਦਾ ਹੈ ਇੰਗਲਿਸ਼ ਵੀ ਨੂੰ ਬੋਲਣ ਦਾ, ਕਿ ਪਹਿਲਾਂ ਆਪਾਂ ਉਸ ਗੱਲ ਨੂੰ ਪੰਜਾਬੀ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਆਪਾਂ ਪੰਜਾਬੀ ਦੇ ਵਿੱਚ ਸੋਚਦੇ ਹਾਂ। ਆਪਣਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹ ਇੰਨੀ ਪ੍ਰੈਕਟਿਸ ਆਪਾਂ ਕਰ ਚੁੱਕੇ ਹਾਂ ਕਿ ਪਹਿਲਾਂ ਆਪਾਂ ਪੰਜਾਬੀ ਦੇ ਵਿੱਚ ਸ਼ੁਰੂ ਤੋਂ ਹੀ ਸੋਚਣਾ ਸਟਾਰਟ ਕਰ ਦਿੰਦੇ ਹਾਂ। ਪਰ ਜਦੋਂ ਇੰਗਲਿਸ਼ ਸਿੱਖਣ ਦੀ ਟਰਨ ਆਉਂਦੀ ਹੈ ਤਾਂ ਆਪਾਂ ਫਸਟਲੀ ਵੀ ਥਿੰਕ ਇਨ ਪੰਜਾਬੀ, ਦੈਨ ਵੀ ਟਰਾਂਸਲੇਟ ਇਟ ਇਨ ਇੰਗਲਿਸ਼। ਤਾਂ ਕਰਕੇ ਡਬਲ ਅਮਾਊਂਟ ਡਬਲ ਐਨਰਜੀ ਯੂਜ਼ ਹੁੰਦੀ ਹੈ ਅਤੇ ਟਾਈਮ ਵੀ ਜ਼ਿਆਦਾ ਸਪੈਂਡ ਹੁੰਦਾ ਇਸ ਚੀਜ਼ 'ਤੇ। ਤਾਂ ਆਪਣਾ ਪਹਿਲਾ ਰੀਜ਼ਨ ਇਹ ਹੈ ਮੋਸਟਲੀ ਇਹ ਗੱਲ ਸਹੀ ਨਹੀਂ ਹੈਗੀ ਕਿ ਪੰਜਾਬੀ ਵਿੱਚ ਸੋਚੋ ਅਤੇ ਇਹਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰੋ। ਤੁਸੀਂ ਦੇਖੋ ਜਿਹੜੇ ਫੋਰਨਰਸ ਨੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਨਹੀਂ ਹਿੰਦੀ ਆਉਂਦੀ, ਨਹੀਂ ਜਿਹਨਾਂ ਨੂੰ ਹੋਰ ਲੈਂਗੁਏਜ ਆਉਂਦੀਆਂ ਹੀ ਨਹੀਂ ਐਕਸੈਪਟ ਇੰਗਲਿਸ਼, ਉਹ ਵੀ ਸੋਚਦੇ ਤਾਂ ਇੰਗਲਿਸ਼ ਦੇ ਵਿੱਚ ਹੀ ਹੈ ਨਾ। ਜਨਮ ਤੋਂ ਕਿਹੜਾ ਬੱਚਾ ਇੰਗਲਿਸ਼ ਸਿੱਖ ਕੇ ਆਇਆ? ਜਨਮ ਤੋਂ ਕਿਹੜਾ ਬੱਚਾ ਪੰਜਾਬੀ ਸਿੱਖ ਕੇ ਆਇਆ? ਆਪਾਂ ਸਟਾਰਟਿੰਗ ਦੇ ਵਿੱਚ ਜਦੋਂ ਬੱਚੇ ਸੀ ਆਪਾਂ ਓਬਜ਼ਰਵ ਕਰਨਾ ਸ਼ੁਰੂ ਕੀਤਾ ਆਪਣੇ ਪੇਰੈਂਟਸ ਨੂੰ ਕਿ ਉਹ ਕੀ ਬੋਲਦੇ ਨੇ। ਜਿਵੇਂ ਸਪੋਜ਼ ਕਰੋ ਆਪਾਂ ਨੂੰ ਬਚਪਨ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਦਿੰਦਾ, ਲੈ ਪੁੱਤ ਸੇਬ ਖਾ ਲੈ ਸੇਬ, ਤਾਂ ਬੱਚਾ ਹੌਲੀ ਹੌਲੀ ਦੇਖਦਾ ਹੈ ਇਹ ਕੀ ਹੈ? ਸੇਬ। ਕੀ ਹੈ? ਸੇਬ। ਐਵੇਂ ਉਸ ਵਰਡ ਉਸਦੇ ਮਨ ਦੇ ਵਿੱਚੋਂ ਪੱਕਾ ਹੋ ਜਾਂਦਾ ਹੈ ਕਿ ਇਹ ਸੇਬ ਹੈ। ਅਤੇ ਉਹੀ ਸੇਮ ਗੱਲ ਲਾਗੂ ਹੁੰਦੀ ਹੈ ਜਿਹੜੇ ਬੱਚੇ ਇੰਗਲਿਸ਼ ਸਟਾਰਟਿੰਗ ਦੇ ਵਿੱਚ ਇੰਗਲਿਸ਼ ਬੋਲਦੇ ਆ, ਜਿਨ੍ਹਾਂ ਦੀ ਫਸਟ ਲੈਂਗੁਏਜ ਇੰਗਲਿਸ਼ ਹੈ। ਤਾਂ ਕਾਮਨ ਪ੍ਰੋਬਲਮ ਇਹ ਆ ਕਿ ਆਪਾਂ ਪਹਿਲਾਂ ਜ਼ਿਆਦਾਤਰ ਵੋਕੈਬਲਰੀ ਫਾਈਂਡ ਕਰਦੇ ਹਾਂ। ਜਦੋਂ ਆਪਾਂ ਨੂੰ ਇੱਕ ਵਰਡ ਪਤਾ ਲੱਗ ਜਾਂਦਾ, ਕਈ ਵਾਰ ਆਪਾਂ ਸਟੱਕ ਹੋ ਜਾਂਦੇ ਨੇ ਕਿ ਇਸ ਲਾਈਨ ਨੂੰ ਕਿਵੇਂ ਫੋਰਮ ਕਰੀਏ, ਕਿਉਂਕਿ ਆਪਣੇ ਕੋਲ ਇੱਕ ਵੋਕੈਬ ਦਾ ਐਗਜ਼ੈਕਟ ਵਰਡ ਨਹੀਂ ਹੁੰਦਾ। ਮੈਂ ਮੰਨਦਾ ਵੋਕੈਬ ਜ਼ਰੂਰੀ ਹੈ, ਪਰ ਵੋਕੈਬ ਫਲੂਐਂਸੀ ਦੇ ਵਿੱਚ ਕੋਈ ਕੰਮ ਨਹੀਂ ਆਉਂਦੀ, ਬਹੁਤ ਘੱਟ ਕੰਮ ਆਉਂਦੀ ਹੈ। ਇੱਕ ਸਿੰਪਲ ਸੈਂਟੈਂਸ ਫੋਰਮ ਕਰਨਾ ਵੀ ਕਈ ਬੱਚਿਆਂ ਨੂੰ ਬਹੁਤ ਟਫ ਲੱਗਦਾ ਸਪੀਕਿੰਗ ਦੇ ਵਿੱਚ। ਮੈਂ ਇਸ ਗੱਲ ਨਾਲ ਰਿਲੇਟ ਕਰ ਸਕਦਾ ਅਤੇ ਮੇਰੇ ਕੋਲ ਇਸ ਚੀਜ਼ ਦੀ ਟ੍ਰਿਕ ਹੈ ਅਤੇ ਮੈਂ ਇਹ ਟ੍ਰਿਕ ਕਿਤੋਂ ਆਪ ਫੋਰਮ ਨਹੀਂ ਕੀਤੀ। ਇਹ ਟ੍ਰਿਕ ਮੈਂ ਕਿਸੇ ਬੁੱਕ ਵਿੱਚ ਪੜ੍ਹੀ ਸੀ ਕਿ ਜਿਹੜੇ ਨੋਨ ਨੇਟਿਵ ਸਪੀਕਰਸ ਨੇ ਇੰਗਲਿਸ਼ ਦੇ, ਜਿਹੜੇ ਇੰਗਲਿਸ਼ ਜਿਨ੍ਹਾਂ ਦੀ ਫਸਟ ਲੈਂਗੁਏਜ ਨਹੀਂ ਹੈਗੀ, ਉਹ ਆਪਣੀ ਇੰਗਲਿਸ਼ ਸਪੀਕਿੰਗ ਦੀ ਫਲੂਐਂਸੀ ਨੂੰ ਕਿੱਦਾਂ ਇੰਪਰੂਵ ਕਰ ਸਕਦੇ ਨੇ। ਅਤੇ ਡੈਟਸ ਵਾਈ ਆਈ ਗੋਟ 7 ਬੈਨਸ ਇਨ ਸਪੀਕਿੰਗ ਬਿਕੋਜ਼ ਆਫ ਜਸਟ ਦਿਸ ਟ੍ਰਿਕ। ਦੇਖੋ ਜਦੋਂ ਤੁਸੀਂ ਕਦੇ ਵੀ ਸਲਿਊਸ਼ਨ ਦੱਸ ਰਹੇ ਹਾਂ, ਜਦੋਂ ਤੁਸੀਂ ਕਦੇ ਵੀ ਫਰੀ ਹੋਵੋ, ਬਿਲਕੁਲ ਰੈਸਟ ਹੋਵੋ, ਆਰਾਮ ਨਾਲ ਰਿਲੈਕਸ, ਟੋਟਲੀ ਕੁਛ ਵੀ ਨਹੀਂ ਕਰ ਰਹੇ। ਕਦੋਂ ਰਿਲੈਕਸ ਹੁੰਦੇ ਹਾਂ? ਜਦੋਂ ਤੁਹਾਨੂੰ ਕੋਈ ਕੰਮ ਨਹੀਂ ਹੈਗਾ, ਜਦ ਦੁਪਹਿਰੇ ਤੁਸੀਂ ਬੈਠੇ ਹੋ ਆਰਾਮ ਨਾਲ ਨੈਪ ਲੈਣ ਦੀ ਤਿਆਰੀ ਕਰ ਰਹੇ ਹੋ, ਜਾਂ ਰਾਤ ਨੂੰ ਸੌਣ ਵੇਲੇ, ਜਾਂ ਸਵੇਰੇ ਉੱਠਣ ਵੇਲੇ ਜਲਦੀ ਉੱਠ ਕੇ ਆਪਾਂ ਉੱਠਦੇ ਹਾਂ, ਕੋਈ ਕੰਮ ਨਹੀਂ ਹੁੰਦਾ। ਕੀ ਕਰ ਸਕਦੇ ਹਾਂ ਆਪਾਂ? ਇੱਕ ਮਨ ਦੇ ਵਿੱਚ ਇੱਕ ਆਈਡੀਆ, ਇੱਕ ਟੋਪਿਕ ਸੋਚ ਲਵੋ ਕਿ ਇਸ ਟੋਪਿਕ ਕਿੱਦਾਂ ਦੇ ਹੋ ਸਕਦੇ ਆ ਉਹ। ਕਿ ਸਪੋਜ਼ ਕਰੋ ਤੁਸੀਂ ਆਇਲਸ ਦੇ ਸਟੂਡੈਂਟ ਹੋ, ਇੰਟਰੋ ਦੇ ਵਿੱਚੋਂ ਕੋਈ ਟੋਪਿਕ ਚੂਜ਼ ਕਰ ਲਓ। ਸਪੋਜ਼ ਕਰੋ ਮੈਂ ਚੂਜ਼ ਕਰ ਰਿਹਾ ਫਰੂਟਸ ਐਂਡ ਵੈਜੀਟੇਬਲਸ। ਤਾਂ ਚੁੱਪ-ਚਾਪ ਉਸ ਟੋਪਿਕ ਨੂੰ ਸੋਚੋ ਹੀ ਇੰਗਲਿਸ਼ ਦੇ ਵਿੱਚ। ਪਹਿਲਾਂ ਪੰਜਾਬੀ ਦੇ ਵਿੱਚ ਨਾ ਸੋਚੋ, ਇੰਗਲਿਸ਼ ਦੇ ਵਿੱਚ ਆਨਸਰ ਦੇਣ ਦੀ ਟਰਾਈ ਕਰੋ ਖੁਦ ਨੂੰ, ਬਿਨਾਂ ਬੋਲੇ, ਜਸਟ ਥਿੰਕਿੰਗ ਅਬਾਊਟ ਇਟ। ਸਪੋਜ਼ ਕਰੋ ਕਿ ਮੈਂ ਟੋਪਿਕ ਚੂਜ਼ ਕੀਤਾ ਕਿ ਵਾਈ ਆਈ ਲਾਈਕ ਐਪਲ। ਸਪੋਜ਼ ਕਰੋ ਮੇਰਾ ਫੇਵਰੇਟ ਫਰੂਟ ਐਪਲ ਹੈ, ਵਾਈ ਆਈ ਲਾਈਕ ਐਪਲ। ਐਵੇਂ ਨਾ ਸੋਚੋ ਕਿ ਇਹ ਸਵਾਦ ਹੁੰਦਾ ਹੈ, ਉਹਨੂੰ ਇੰਗਲਿਸ਼ ਦੇ ਵਿੱਚ ਹੀ ਸੋਚੋ ਕਿ ਆਈ ਥਿੰਕ ਇਟ ਇਜ਼ ਵੈਰੀ ਡਿਲੀਸ਼ੀਅਸ। ਇੰਗਲਿਸ਼ ਦੇ ਵਿੱਚ ਜਦੋਂ ਸੋਚੋਗੇ ਹੌਲੀ ਹੌਲੀ ਬਾਏ ਦਾ ਪੈਸੇਜ ਆਫ ਟਾਈਮ ਤੁਹਾਡਾ ਮਾਈਂਡ ਹੈ ਜਿਹੜਾ ਸਬਕੌਂਸ਼ੀਅਸ ਮਾਈਂਡ, ਉਹ ਹੈਬਿਚੁਅਲ ਹੋ ਜਾਊਗਾ ਇੰਗਲਿਸ਼ ਨੂੰ ਸੋਚਣ ਦੇ ਵਿੱਚ। ਇੰਗਲਿਸ਼ ਦੇ ਵਿੱਚ ਹੀ ਸੋਚੋਗੇ ਨਾ ਤਾਂ ਟਾਈਮ ਘੱਟ ਕੰਜ਼ਿਊਮ ਹੋਊਗਾ ਅਤੇ ਮਾਈਂਡ ਦੇ ਵਿੱਚ ਆਪਾਂ ਜਦੋਂ ਸੋਚਦੇ ਹਾਂ, ਜਦੋਂ ਆਪਾਂ ਬੋਲਦੇ ਹਾਂ ਤਾਂ ਮਾਈਂਡ 'ਤੇ ਇੰਪੈਕਟ ਸੋਚਣ ਦਾ ਜ਼ਿਆਦਾ ਪੈਂਦਾ, ਬੋਲਣ ਦਾ ਘੱਟ ਪੈਂਦਾ। ਇਹਦੇ ਨਾਲ ਕੀ ਹੋਊਗਾ? ਇਸ ਨੂੰ ਚੀਜ਼ ਦੇ ਬੈਨੀਫਿਟ ਕੀ ਨੇ? ਪਹਿਲੀ ਗੱਲ ਤਾਂ ਤੁਹਾਨੂੰ ਕੋਈ ਜੱਜ ਕਰਨ ਵਾਲਾ ਨਹੀਂ ਬੈਠਾ, ਕਿਉਂਕਿ ਤੁਸੀਂ ਆਪਣੇ ਮਾਈਂਡ ਦੇ ਵਿੱਚ ਖੁਦ ਨਾਲ ਗੱਲ ਕਰ ਰਹੇ ਹੋ। ਤੁਹਾਨੂੰ ਕਿਉਂ ਨਹੀਂ ਕਹਿਣ ਵਾਲਾ ਸੈਂਟੈਂਸ ਗਲਤ ਹੈ। ਕੋਈ ਤੁਹਾਨੂੰ ਕੁਛ ਸ਼ਰਮਿੰਦਾ ਨਹੀਂ ਫੀਲ ਕਰਵਾਊਗਾ ਕਿ ਤੂੰ ਕਿਉਂ ਇੰਗਲਿਸ਼ ਬੋਲਦਾ, ਗਲਤ ਬੋਲਦਾ। ਕਿਸੇ ਨੂੰ ਕੁਝ ਪਤਾ ਹੀ ਨਹੀਂ, ਤੁਸੀਂ ਇੰਗਲਿਸ਼ ਦੇ ਵਿੱਚ ਸੋਚ ਰਹੇ ਹੋ ਖੁਦ ਨਾਲ।
ਕਿਉਂ ਇੱਕ ਬੈਨੀਫਿਟ ਸਭ ਤੋਂ ਵੱਡਾ ਇਹ ਹੈ ਇੰਗਲਿਸ਼ ਦੇ ਵਿੱਚ ਸੋਚਣ ਦਾ ਕਿ ਜਦੋਂ ਆਪਾਂ ਕੁਝ ਵੀ ਚੀਜ਼ ਸੋਚਦੇ ਹਾਂ ਉਹਦੇ ਬੈਨੀਫਿਟ ਜ਼ਿਆਦਾ ਹੁੰਦੇ ਨੇ ਉਸਨੂੰ ਬੋਲਣ ਨਾਲੋਂ। ਜਸਟ ਥਿੰਕ ਅਬਾਊਟ ਇਨ ਇੰਗਲਿਸ਼। ਤੁਸੀਂ ਜਦੋਂ ਸੈਡ ਹੁੰਦੇ ਹੋ ਕਿਸੇ ਨੂੰ ਨਹੀਂ ਪਤਾ ਤੁਸੀਂ ਸੈਡ ਹੋ, ਬਸ ਜਸਟ ਤੁਹਾਡੇ ਮਾਈਂਡ ਦੇ ਵਿੱਚ ਉਹ ਚੀਜ਼ ਚੱਲ ਰਹੀ ਹੈ, ਤੁਸੀਂ ਸੈਡ ਹੋ, ਤੁਸੀਂ ਖੁਸ਼ ਹੋ, ਕਿਸੇ ਨੂੰ ਕੀ ਪਤਾ ਤੁਸੀਂ ਖੁਸ਼ ਹੋ, ਤੁਸੀਂ ਬੈਠੇ ਹੋ ਆਰਾਮ ਨਾਲ, ਕੀ ਪਤਾ ਤੁਹਾਡੇ ਮਨ 'ਚ ਲੱਡੂ ਫੁੱਟਦੇ ਆ ਕਿਸੇ ਰੀਜ਼ਨ ਕਰਕੇ। ਇਹ ਮੈਂ ਈਜ਼ੀ ਨਹੀਂ ਹੈਗਾ ਅਚੀਵ ਕਰਨਾ ਇਸ ਚੀਜ਼ ਨੂੰ, ਬਟ ਪ੍ਰੈਕਟਿਸ ਮੇਕਸ ਦਾ ਮੈਨ ਪਰਫੈਕਟ ਫਰੇਜ਼ ਹੈ ਨਾ, ਤਾਂ ਕਰਕੇ ਡੇ ਬਾਏ ਡੇ ਤੁਸੀਂ ਇਸ ਚੀਜ਼ ਨੂੰ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖੋ। ਬਟ ਇਹ ਟਰਾਈ ਉਦੋਂ ਕਰਨੀ ਹੈ ਜੋ ਤੁਸੀਂ ਬਿਲਕੁਲ ਅਲੋਨ ਹੋਵੋ, ਬਿਲਕੁਲ ਇੰਪਰੂਵ ਹੋਵੋ, ਤੁਸੀਂ ਬਿਲਕੁਲ ਅਲੋਨ ਹੋਵੋ ਉਦੋਂ ਜਦੋਂ ਤੁਸੀਂ ਅਲੋਨ ਹੋਵੋਗੇ, ਰਿਲੈਕਸ ਹੋਵੋਗੇ ਤਾਂ ਤੁਹਾਡਾ ਮਾਈਂਡ ਆਪਣੇ ਆਪ ਆਈਡੀਆ ਜਨਰੇਟ ਕਰੂਗਾ, ਉਸ ਚੀਜ਼ 'ਤੇ ਫੋਕਸ ਰੱਖੂਗਾ। ਜਦੋਂ ਤੁਹਾਡੇ ਮਾਈਂਡ ਦੇ ਵਿੱਚ ਕੁਝ ਹੋਰ ਟੌਪਿਕ ਚੱਲ ਰਿਹਾ ਹੁੰਦਾ, ਕੋਈ ਦਿਨ ਦੇ ਵਿੱਚ ਕੋਈ ਤੁਹਾਨੂੰ ਪਹਿਲਾਂ ਹੀ ਸਟਰੈਸ ਹੁੰਦੀ ਹੈ ਜਾਂ ਤੁਸੀਂ ਕਿਸੇ ਚੀਜ਼ ਬਾਰੇ ਹੋਰ ਚੀਜ਼ ਬਾਰੇ ਸੋਚ ਰਹੇ ਹੁੰਦੇ ਹੋ, ਉਦੋਂ ਨਹੀਂ ਕੰਮ ਕਰਦਾ ਇਹ ਟ੍ਰਿਕ। ਉਦੋਂ ਹੀ ਕੰਮ ਕਰਦੀ ਤੁਸੀਂ ਫਰੀ ਹੋ, ਰਿਲੈਕਸ ਹੋ, ਖੁਸ਼ ਹੋ। ਜਸਟ ਇੱਕ ਟੌਪਿਕ ਚੂਜ਼ ਕਰੋ। ਟੌਪਿਕ ਕਿੱਦਾਂ ਦਾ ਹੋ ਸਕਦਾ? ਉਹ ਟੌਪਿਕ ਹੋ ਸਕਦਾ ਹੈ ਕਿ ਅੱਜ ਦਾ ਦਿਨ ਮੈਂ ਕਿੱਦਾਂ ਬਤੀਤ ਕੀਤਾ, ਕੱਲ੍ਹ ਮੇਰੀ ਕਲਾਸ ਦੇ ਵਿੱਚ ਕੀ ਹੋਇਆ ਸੀ, ਕੱਲ੍ਹ ਮੇਰੀ ਉਸ ਬੰਦੇ ਨਾਲ ਡਿਸਕਸ ਹੋਈ ਸੀ, ਮੈਨੂੰ ਉਹ ਇੱਕ ਸਟ੍ਰੇਂਜਰ ਬੰਦਾ ਮਿਲਿਆ ਸੀ, ਮੈਨੂੰ ਉਹ ਕਿੱਦਾਂ ਦਾ ਲੱਗਿਆ। ਸਪੋਜ਼ ਕਰੋ ਤੁਸੀਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਇੰਸਟੀਟਿਊਟ ਜਾ ਰਹੇ ਹੋ, ਆਪਣੇ ਕਾਲਜ ਜਾ ਰਹੇ ਹੋ, ਸੋਚੋ ਕਿ ਮੈਨੂੰ ਬੱਸ ਦੀ ਵੀ ਕੀ ਫੈਸਿਲਿਟੀਜ਼ ਮਿਲ ਰਹੀਆਂ ਅੱਜ ਬੱਸ ਦੇ ਵਿੱਚ ਕਿੰਨੀ ਕੁ ਭੀੜ ਹੈ, ਅੱਜ ਮੈਂ ਸੈਂਟਰ ਦੇ ਵਿੱਚ ਜਾ ਕੇ ਕੀ ਪੜ੍ਹੂੰਗਾ। ਜਸਟ ਥਿੰਕ ਇਨ ਇੰਗਲਿਸ਼, ਨਾਟ ਇਨ ਪੰਜਾਬੀ ਔਰ ਹਿੰਦੀ। ਗ੍ਰੈਜੂਅਲੀ ਡੇ ਬਾਏ ਡੇ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟਸ ਮਿਲਣਗੇ ਇਸ ਚੀਜ਼ ਦੇ। ਆਲਰਾਈਟ, ਜੇ ਤੁਹਾਨੂੰ ਕੋਈ ਇਸ ਚੀਜ਼ 'ਤੇ ਕੁਐਸਚਨ ਪੁੱਛਣਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਪੁੱਛ ਸਕਦੇ ਹੋ। ਇਹ ਕੋਈ ਮੈਂ ਹਵਾਈ ਗੱਲਾਂ ਨਹੀਂ ਕਰ ਰਿਹਾ। ਆਈ ਹੈਵ ਬੀਨ ਇੰਪਰੂਵਡ ਮਾਈ ਸਪੀਕਿੰਗ ਇਨ ਦਿਸ ਵੇ। 7 ਬੈਂਡਸ ਇਨ ਸਪੀਕਿੰਗ। 27 ਨਵੰਬਰ ਨੂੰ ਮੇਰਾ ਐਗਜ਼ਾਮ ਸੀ। ਆਈ ਗੋਟ 7 ਇਨ ਸਪੀਕਿੰਗ ਐਂਡ ਓਵਰਆਲ 7 2। ਸੋ ਇਹ ਟਿਪ ਨੂੰ ਯੂਜ਼ ਕਰੋ, ਟ੍ਰਿਕ ਨੂੰ ਯੂਜ਼ ਕਰੋ। ਜਿਨ੍ਹਾਂ ਦਾ ਐਗਜ਼ਾਮ ਹਾਲੇ ਕਾਫੀ ਦਿਨ ਪਏ ਆ, ਮੰਥ 2 ਮੰਥ, ਜਾਂ ਜਿਹੜੇ ਨਵੇਂ ਬੱਚੇ ਫਰੈਸ਼ਰ ਆ, ਆਇਲਸ ਕਰਨ ਲੱਗੇ ਆ, ਜਾਂ ਕੋਈ ਵੀ ਸਪੀਕਿੰਗ ਦਾ ਐਗਜ਼ਾਮ ਕਲੀਅਰ ਕਰਨਾ ਇੰਗਲਿਸ਼ ਦੇ ਵਿੱਚ, ਜਿਸ 'ਚ ਫਲੂਐਂਸੀ ਦੀ ਜ਼ਿਆਦਾ ਲੋੜ ਹੈ, ਤਾਂ ਇਸ ਚੀਜ਼ ਨੂੰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ।